ਓਮ ਸ਼ਾਂਤੀ। आज सुनते हाँ 30 ਦਸੰਬਰ ਦੀ ਬਾਬਾ ਦੀ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ, ਬਾਬਾ ਸੱਤ ਬਾਪ ਦੁਆਰਾ ਸੰਗਮ ਤੇ ਤੁਹਾਨੂੰ ਸੱਤ ਦਾ ਵਰਦਾਨ ਮਿਲਦਾ ਹੈ। ਇਸ ਲਈ ਤੁਸੀਂ ਕਦੇ ਵੀ ਝੂਠ ਨਹੀਂ ਬੋਲ ਸਕਦੇ ਹੋ। ਪ੍ਰਸ਼ਨ ਹੈ, ਨਿਰਵਿਕਾਰੀ ਬਣਨ ਦੇ ਲਈ ਤੁਹਾਨੂੰ ਬੱਚਿਆਂ ਨੂੰ ਕਿਹੜੀ ਮਿਹਨਤ ਜ਼ਰੂਰ ਕਰਨੀ ਹੈ? ਉੱਤਰ, ਆਤਮ ਅਭਿਮਾਨੀ ਬਣਨ ਦੀ ਮਿਹਨਤ ਜ਼ਰੂਰ ਕਰਨੀ ਹੈ। ਪ੍ਰਗਟੀ ਦੇ ਵਿੱਚ ਆਤਮਾ ਨੂੰ ਵੇਖਣ ਦਾ ਅਭਿਆਸ ਕਰੋ। ਆਤਮਾ ਹੋ ਕੇ ਆਤਮਾ ਨਾਲ ਗੱਲ ਕਰੋ। ਆਤਮਾ ਹੋ ਕੇ ਸੁਣੋ। ਦੇਹ ਤੇ ਦ੍ਰਿਸ਼ਟੀ ਨਾ ਜਾਵੇ। ਇਹੀ ਮੁੱਖ ਮਿਹਨਤ ਹੈ। ਇਸ ਮਿਹਨਤ ਨਾਲ ਵਿਘਨ ਪੈਂਦੇ ਨੇ। ਜਿੰਨਾ ਹੋ ਸਕੇ ਅਭਿਆਸ ਕਰੋ। ਮੈਂ ਆਤਮਾ ਹਾਂ, ਮੈਂ ਆਤਮਾ ਹਾਂ। ਗੀਤ ਹੈ ਓਮ ਨਮੋ ਸ਼ਿਵਾਏ। ਓਮ ਸ਼ਾਂਤੀ। ਮਿੱਠੇ ਬੱਚਿਆਂ ਨੂੰ ਬਾਪ ਨੇ ਸਮ੍ਰਿਤੀ ਦਿੱਤੀ ਹੈ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਹੁਣ ਤੁਸੀਂ ਬੱਚੇ ਜਾਣਦੇ ਹੋ। ਅਸੀਂ ਬਾਪ ਕੋਲ ਜੋ ਕੁਝ ਜਾਣਿਆ ਹੈ, ਬਾਪ ਨੇ ਜੋ ਰਸਤਾ ਦੱਸਿਆ ਹੈ, ਉਹ ਦੁਨੀਆ ਵਿੱਚ ਕੋਈ ਨਹੀਂ ਜਾਣਦਾ। ਆਪੇ ਹੀ ਪੂਜੇ, ਆਪੇ ਹੀ ਪੁਜਾਰੀ ਦਾ ਅਰਥ ਵੀ ਤੁਹਾਨੂੰ ਸਮਝਾਇਆ ਹੈ। ਜੋ ਪੂਜੇ ਵਿਸ਼ਵ ਦੇ ਮਾਲਿਕ ਬੰਦੇ ਨੇ, ਉਹੀ ਫਿਰ ਪੁਜਾਰੀ ਬੰਦੇ ਨੇ। ਪਰਮਾਤਮਾ ਦੇ ਲਈ ਇੰਜ ਨਹੀਂ ਕਹਾਂਗੇ। ਹੁਣ ਤੁਹਾਨੂੰ ਸਮ੍ਰਿਤੀ ਵਿੱਚ ਆਇਆ ਹੈ, ਇਹ ਤਾਂ ਬਿਲਕੁਲ ਰਾਈਟ ਗੱਲ ਹੈ। ਸ੍ਰਿਸ਼ਟੀ ਦੇ ਆਦਿ ਮਤ ਅੰਤ ਦਾ ਸਮਾਚਾਰ ਇੱਕ ਬਾਪ ਹੀ ਸੁਣਾਉਂਦੇ ਨੇ। ਹੋਰ ਕਿਸੇ ਨੂੰ ਗਿਆਨ ਦਾ ਸਾਗਰ ਨਹੀਂ ਕਿਹਾ ਜਾ ਸਕਦਾ। ਇਹ ਮਹਿਮਾ ਸ਼੍ਰੀ ਕ੍ਰਿਸ਼ਨ ਦੀ ਵੀ ਨਹੀਂ ਹੈ। ਕ੍ਰਿਸ਼ਨ ਨਾਮ ਤਾਂ ਸਰੀਰ ਦਾ ਹੈ ਨਾ, ਉਹ ਸਰੀਰਧਾਰੀ ਨੇ। ਉਹਨਾਂ ਵਿੱਚ ਸਾਰਾ ਗਿਆਨ ਹੋ ਨਾ ਸਕੇ। ਹੁਣ ਤੁਸੀਂ ਸਮਝਦੇ ਹੋ, ਉਹਨਾਂ ਦੀ ਆਤਮਾ ਵੀ ਗਿਆਨ ਲੈ ਰਹੀ ਹੈ। ਇਹ ਵੰਡਰਫੁਲ ਗੱਲ ਹੈ। ਬਾਪ ਤੋਂ ਬਿਨਾਂ ਕੋਈ ਸਮਝਾ ਨਾ ਸਕੇ। ਇੰਜ ਤਾਂ ਬਹੁਤ ਸਾਧੂ ਸੰਤ ਵੱਖ-ਵੱਖ ਤਰ੍ਹਾਂ ਦੇ ਹੱਠ ਯੋਗ ਆਦਿ ਸਿਖਾਉਂਦੇ ਰਹਿੰਦੇ ਨੇ। ਉਹ ਸਭ ਨੇ ਭਗਤੀ ਮਾਰਗ। ਸਤਯੁਗ ਵਿੱਚ ਤੁਸੀਂ ਕਿਸੇ ਦੀ ਪੂਜਾ ਨਹੀਂ ਕਰਦੇ ਹੋ। ਉੱਥੇ ਤੁਸੀਂ ਪੁਜਾਰੀ ਨਹੀਂ ਬਣਦੇ ਹੋ। ਉਹਨਾਂ ਨੂੰ ਕਿਹਾ ਜਾਂਦਾ ਹੈ ਪੂਜੇ ਦੇਵੀ ਦੇਵਤਾ। ਹੁਣ ਨਹੀਂ, ਹੁਣ ਹੀ ਪੂਜੇ ਫਿਰ ਤੋਂ ਪੁਜਾਰੀ ਬਣੇ ਨੇ। ਬਾਪ ਕਹਿੰਦੇ ਨੇ ਪੂਜਾ ਕਰਦੇ ਸੀ ਨਾ। ਸਾਰੀ ਦੁਨੀਆ ਇਸ ਸਮੇਂ ਪੁਜਾਰੀ ਹੈ। ਨਵੀਂ ਦੁਨੀਆ ਵਿੱਚ ਇੱਕ ਹੀ ਪੂਜੇ ਦੇਵੀ ਦੇਵਤਾ ਧਰਮ ਹੁੰਦਾ ਹੈ। ਬੱਚਿਆਂ ਦੀ ਸਮ੍ਰਿਤੀ ਵਿੱਚ ਆਇਆ ਹੈ। ਬਰੋਬਰ ਡਰਾਮਾ ਪਲਾਨ ਅਨੁਸਾਰ ਇਹ ਬਿਲਕੁਲ ਰਾਈਟ ਗੱਲ ਹੈ। ਗੀਤਾ ਐਪੀਸੋਡ ਬਰੋਬਰ ਹੈ। ਸਿਰਫ ਗੀਤਾ ਵਿੱਚ ਨਾਂ ਬਦਲ ਦਿੱਤਾ, ਜਿਸ ਨੂੰ ਸਮਝਾਉਣ ਦੇ ਲਈ ਤੁਸੀਂ ਮਿਹਨਤ ਕਰਦੇ ਹੋ। 500, 200, 2500 ਵਰੇ ਤੋਂ ਗੀਤਾ ਕ੍ਰਿਸ਼ਨ ਦੀ ਸਮਝਦੇ ਆਏ ਹੋ। 2500 ਵਰੇ ਤੋਂ ਗੀਤਾ ਕ੍ਰਿਸ਼ਨ ਦੀ ਸਮਝਦੇ ਆਏ ਹੋ। ਹੁਣ ਇੱਕ ਜਨਮ ਵਿੱਚ ਸਮਝ ਜਾਣ। ਗੀਤਾ ਨਿਰਾਕਾਰ ਭਗਵਾਨ ਨੇ ਸੁਣਾਈ। ਇਸ ਵਿੱਚ ਟਾਈਮ ਤਾਂ ਲੱਗਦਾ ਹੈ ਨਾ। ਭਗਤੀ ਦਾ ਵੀ ਸਮਝਾਇਆ। ਝਾੜ ਕਿੰਨਾ ਲੰਬਾ ਚੌੜਾ ਹੈ, ਤੁਸੀਂ ਲਿਖ ਸਕਦੇ ਹੋ। ਬਾਪ ਸਾਨੂੰ ਰਾਜਯੋਗ ਸਿਖਾ ਰਹੇ ਨੇ। ਜਿਨ੍ਹਾਂ ਬੱਚਿਆਂ ਨੂੰ ਨਿਸ਼ਚੈ ਹੋ ਜਾਂਦਾ ਹੈ, ਨਿਸ਼ਚੈ ਨਾਲ ਸਮਝਾਉਂਦੇ ਵੀ ਨੇ। ਨਿਸ਼ਚੈ ਨਹੀਂ, ਖੁਦ ਵੀ ਮੂੰਝਦੇ ਰਹਿੰਦੇ। ਕਿਵੇਂ ਸਮਝਾਈਏ? ਕੋਈ ਹੰਗਾਮਾ ਤਾਂ ਨਹੀਂ ਹੋਵੇਗਾ। ਨੀਡਰ ਤਾਂ ਹਾਲੇ ਹੋਈ ਨਹੀਂ ਨੇ। ਨੀਡਰ ਉਦੋਂ ਹੋਣਗੇ ਜਦੋਂ ਪੂਰੇ ਦੇਹੀ ਅਭਿਮਾਨੀ ਬਣ ਜਾਣ। ਡਰਨਾ ਤਾਂ ਭਗਤੀ ਮਾਰਗ ਵਿੱਚ ਵੀ ਹੁੰਦਾ ਹੈ। ਤੁਸੀਂ ਸਭ ਹੋ ਮਹਾਵੀਰ। ਦੁਨੀਆ ਵਿੱਚ ਕੋਈ ਨਹੀਂ ਜਾਣਦੇ ਮਾਇਆ ਤੇ ਜਿੱਤ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ। ਤੁਹਾਨੂੰ ਬੱਚਿਆਂ ਨੂੰ ਸਮ੍ਰਿਤੀ ਵਿੱਚ ਆਇਆ ਹੈ। ਅੱਗੇ ਵੀ ਬਾਪ ਨੇ ਕਿਹਾ ਸੀ, ਮਨਮਨਾ ਭਵ। ਪਤਿਤ ਪਾਵਨ ਬਾਪ ਆ ਕੇ ਸਮਝਾਉਂਦੇ ਨੇ। ਭਾਵੇਂ ਗੀਤਾ ਵਿੱਚ ਅੱਖਰ ਨੇ, ਪਰ ਐਵੇਂ ਕੋਈ ਸਮਝਾਉਂਦੇ ਨਹੀਂ। ਬਾਪ ਕਹਿੰਦੇ ਨੇ ਬੱਚੇ ਦੇਹੀ ਅਭਿਮਾਨੀ ਭਵ। ਗੀਤਾ ਵਿੱਚ ਅੱਖਰ ਤਾਂ ਹੈ ਨਾ। ਆਟੇ ਵਿੱਚ ਨਮਕ ਬਰਾਬਰ। ਹਰ ਗੱਲ ਦਾ ਬਾਪ ਨਿਸ਼ਚੈ ਬਿਠਾਉਂਦੇ ਨੇ। ਨਿਸ਼ਚੈ ਬੁੱਧੀ ਵਿਜਯੰਤੀ। ਤੁਸੀਂ ਹੁਣ ਬਾਪ ਕੋਲ ਵਰਸਾ ਲੈ ਰਹੇ ਹੋ। ਬਾਪ ਕਹਿੰਦੇ ਗ੍ਰਸਤ ਵਿਵਹਾਰ ਵਿੱਚ ਜ਼ਰੂਰ ਰਹਿਣਾ ਹੈ। ਸਭ ਨੂੰ ਇੱਥੇ ਆ ਕੇ ਬੈਠਣ ਦੀ ਲੋੜ ਨਹੀਂ। ਸਰਵਿਸ ਕਰਨੀ ਹੈ, ਸੈਂਟਰ ਖੋਲ੍ਹਣੇ ਨੇ। ਤੁਸੀਂ ਹੋ ਸੈਲਵੇਸ਼ਨ ਆਰਮੀ। ਈਸ਼ਵਰੀਏ ਮਿਸ਼ਨ ਤੇ ਹੋ ਨਾ। ਪਹਿਲਾ ਸ਼ੁੱਧਰ ਮਾਇਆਵੀ ਮਿਸ਼ਨ ਤੇ ਸੀ। ਹੁਣ ਤੁਸੀਂ ਈਸ਼ਵਰੀਏ ਮਿਸ਼ਨ ਦੇ ਬਣੇ ਹੋ। ਸਾਡਾ ਮਹੱਤਵ ਬਹੁਤ ਹੈ। ਇਹਨਾਂ ਲਕਸ਼ਮੀ ਨਾਰਾਇਣ ਦੀ ਬੜੀ ਮਹਿਮਾ ਹੈ। ਜਿਸ ਤਰ੍ਹਾਂ ਦੇ ਰਾਜੇ ਹੁੰਦੇ ਨੇ, ਉਵੇਂ ਦਾ ਰਾਜ ਕਰਦੇ ਨੇ। ਬਾਕੀ ਇਹਨਾਂ ਨੂੰ ਕਹਾਂਗੇ ਸਰਵਗੁਣ ਸੰਪੰਨ ਵਿਸ਼ਵ ਦੇ ਮਾਲਿਕ, ਕਿਉਂਕਿ ਉਸ ਸਮੇਂ ਹੋਰ ਕੋਈ ਰਾਜ ਨਹੀਂ ਹੁੰਦਾ। ਹੁਣ ਬੱਚੇ ਸਮਝ ਗਏ ਨੇ
ਵਿਸ਼ਵ ਦੇ ਮਾਲਿਕ ਕਿਵੇਂ ਬਣੀਏ। ਹੁਣ ਅਸੀਂ ਹਮਸੋ ਦੇਵਤਾ ਬੰਦੇ ਹਾਂ, ਫਿਰ ਉਹਨਾਂ ਨੂੰ ਮੱਥਾ ਕਿਵੇਂ ਝੁਕਾ ਸਕਦੇ ਹਾਂ। ਤੁਸੀਂ ਨੌਲੇਜਫੁਲ ਬਣ ਗਏ ਹੋ। ਜਿਨ੍ਹਾਂ ਨੂੰ ਨੌਲੇਜ ਨਹੀਂ ਉਹ ਮੱਥਾ ਟੇਕਦੇ ਰਹਿੰਦੇ ਨੇ। ਤੁਸੀਂ ਸਭ ਦੇ ਆਕੂਪੇਸ਼ਨ ਨੂੰ ਜਾਣ ਗਏ ਹੋ। ਚਿੱਤਰ ਰੋਂਗ ਕਿਹੜੇ ਨੇ, ਰਾਈਟ ਕਿਹੜੇ ਨੇ, ਤੁਸੀਂ ਸਮਝਾ ਸਕਦੇ ਹੋ। ਰਾਵਣ ਦਾ ਰਾਜ ਵੀ ਤੁਸੀਂ ਸਮਝਾਦੇ ਹੋ। ਇਹ ਰਾਵਣ ਰਾਜ ਹੈ, ਇਸ ਨੂੰ ਅੱਗ ਲੱਗ ਰਹੀ ਹੈ। ਭੰਬੋਰ ਨੂੰ ਅੱਗ ਲੱਗਣੀ ਹੈ। ਭੰਬੋਰ ਵਿਸ਼ਵ ਨੂੰ ਕਿਹਾ ਜਾਂਦਾ ਹੈ। ਅੱਖਰ ਜੋ ਗਾਏ ਜਾਂਦੇ ਨੇ ਉਹਨਾਂ ਨੇ ਸਮਝਾਇਆ ਜਾਂਦਾ ਹੈ, ਉਹਨਾਂ ਤੇ ਸਮਝਾਇਆ ਜਾਂਦਾ ਹੈ। ਭਗਤੀ ਮਾਰਗ ਵਿੱਚ ਕਈ ਚਿੱਤਰ ਬਣਾਏ ਨੇ। ਅਸਲ ਵਿੱਚ ਪੂਜਾ ਹੁੰਦੀ ਹੈ ਸ਼ਿਵ ਬਾਬਾ ਦੀ, ਫਿਰ ਬ੍ਰਹਮਾ ਵਿਸ਼ਨੂੰ ਸ਼ੰਕਰ ਦੀ। ਤ੍ਰਿਮੂਰਤੀ ਜੋ ਬਣਾਉਂਦੇ ਨੇ ਉਹ ਵੀ ਰਾਈਟ ਨੇ। ਫਿਰ ਇਹ ਲక్ష్ਮੀ ਨਾਰਾਇਣ, ਬਸ ਤ੍ਰਿਮੂਰਤੀ ਵਿੱਚ ਬ੍ਰਹਮਾ ਸਰਸਵਤੀ ਵੀ ਆ ਜਾਂਦੇ ਨੇ। ਭਗਤੀ ਮਾਰਗ ਵਿੱਚ ਕਿੰਨੇ ਚਿੱਤਰ ਬਣਾਉਂਦੇ ਨੇ। ਹਨੂਮਾਨ ਦੀ ਵੀ ਪੂਜਾ ਕਰਦੇ ਨੇ। ਤੁਸੀਂ ਮਹਾਵੀਰ ਬਣ ਰਹੇ ਹੋ ਨਾ। ਮੰਦਰ ਵਿੱਚ ਕਿਸੇ ਦੀ ਹਾਥੀ ਤੇ ਸਵਾਰੀ, ਕਿਸੇ ਦੀ ਘੋੜੇ ਤੇ ਸਵਾਰੀ ਵਿਖਾਈ ਹੈ। ਹੁਣ ਇਸ ਤਰ੍ਹਾਂ ਦੀ ਸਵਾਰੀ ਥੋੜੀ ਹੈ। ਬਾਪ ਕਹਿੰਦੇ ਨੇ ਮਹਾਰਥੀ। ਮਹਾਰਥੀ ਮਤਲਬ ਹਾਥੀ ਦਾ ਸਵਾਰ। ਤਾਂ ਉਹਨਾਂ ਨੇ ਫਿਰ ਹਾਥੀ ਦੀ ਸਵਾਰੀ ਬਣਾ ਦਿੱਤੀ। ਇਹ ਵੀ ਸਮਝਿਆ ਹੈ ਕਿਵੇਂ ਗੱਜ ਨੂੰ ਗਰਾਹ ਖਾ ਲੈਂਦੇ ਨੇ, ਹਾਥੀ ਨੂੰ ਮਗਰਮੱਛ ਖਾ ਲੈਂਦੇ ਨੇ। ਬਾਪ ਸਮਝਾਉਂਦੇ ਨੇ ਜੋ ਮਹਾਰਥੀ ਹੈ ਉਹਨਾਂ ਨੂੰ ਮਾਇਆ ਗਰਾਹ ਮਗਰਮੱਛ ਹੱਪ ਕਰ ਲੈਂਦੀ ਹੈ। ਤੁਹਾਨੂੰ ਹੁਣ ਗਿਆਨ ਦੀ ਸਮਝ ਆਈ ਹੈ। ਚੰਗੇ ਚੰਗੇ ਮਹਾਰਥੀਆਂ ਨੂੰ ਮਾਇਆ ਖਾ ਜਾਂਦੀ ਹੈ। ਇਹ ਹੈ ਗਿਆਨ ਦੀਆਂ ਗੱਲਾਂ, ਇਹਨਾਂ ਦਾ ਵਰਣਨ ਕੋਈ ਕਰ ਨਾ ਸਕੇ। ਬਾਪ ਕਹਿੰਦੇ ਨੇ ਨਿਰਵਿਕਾਰੀ ਬਣਨਾ ਹੈ, ਦੈਵੀ ਗੁਣ ਧਾਰਨ ਕਰਨੇ ਨੇ। ਕਲਪ ਕਲਪ ਬਾਪ ਕਹਿੰਦੇ ਨੇ ਕੰਮ ਮਹਾਸ਼ਤਰੂ ਹੈ, ਇਸ ਵਿੱਚ ਮਿਹਨਤ ਹੈ, ਇਸ ਤੇ ਤੁਸੀਂ ਜਿੱਤ ਪਾਉਂਦੇ ਹੋ। ਪ੍ਰਜਾਪਿਤਾ ਬ੍ਰਹਮਾ ਦੇ ਬਣੇ ਹੋ ਤਾਂ ਆਪਸ ਵਿੱਚ ਭੈਣ ਭਰਾ ਹੋ ਗਏ। ਅਸਲ ਵਿੱਚ ਤੁਸੀਂ ਹੋ ਆਤਮਾਵਾਂ। ਆਤਮਾ ਆਤਮਾ ਨਾਲ ਗੱਲ ਕਰਦੀ ਹੈ। ਆਤਮਾ ਹੀ ਇਹਨਾਂ ਕੰਨਾਂ ਨਾਲ ਸੁਣਦੀ ਹੈ। ਇਹ ਯਾਦ ਰੱਖਣਾ ਪਵੇ। ਅਸੀਂ ਆਤਮਾ ਨੂੰ ਸੁਣਾਉਂਦੇ ਹਾਂ, ਦੇਹ ਨੂੰ ਨਹੀਂ। ਅਸਲ ਵਿੱਚ ਅਸੀਂ ਆਤਮਾਵਾਂ, ਭਰਾ ਭਰਾ ਹਾਂ, ਫਿਰ ਆਪਸ ਵਿੱਚ ਭੈਣ ਭਰਾ ਹਾਂ। ਸੁਣਾਣਾ ਤਾਂ ਭਰਾ ਨੂੰ ਹੁੰਦਾ ਹੈ। ਦ੍ਰਿਸ਼ਟੀ ਆਤਮਾ ਦੇ ਵੱਲ ਜਾਣੀ ਚਾਹੀਦੀ ਹੈ। ਅਸੀਂ ਭਰਾ ਨੂੰ ਸੁਣਾਉਂਦੇ ਹਾਂ। ਭਰਾ ਸੁਣਦੇ ਹੋ? ਹਾਂ, ਮੈਂ ਆਤਮਾ ਸੁਣਦੀ ਹਾਂ। ਬੀਕਾਨੇਰ ਵਿੱਚ ਇੱਕ ਬੱਚਾ ਸੀ ਜੋ ਹਮੇਸ਼ਾ ਆਤਮਾ ਆਤਮਾ ਕਹਿ ਲਿਖਦਾ ਹੈ। ਮੇਰੀ ਆਤਮਾ ਸਰੀਰ ਦੁਆਰਾ ਲਿਖ ਰਹੀ ਹੈ। ਮੇਰੀ ਆਤਮਾ ਦਾ ਇਹ ਵਿਚਾਰ ਹੈ। ਮੇਰੀ ਆਤਮਾ ਇਹ ਕਰਦੀ ਹੈ। ਇਹ ਆਤਮ ਅਭਿਮਾਨੀ ਬਣਨਾ ਮਿਹਨਤ ਦੀ ਗੱਲ ਹੈ ਨਾ। ਮੇਰੀ ਆਤਮਾ ਨਮਸਤੇ ਕਰਦੀ ਹੈ। ਜਿਵੇਂ ਬਾਬਾ ਕਹਿੰਦੇ ਨੇ ਰੂਹਾਨੀ ਬੱਚੇ ਤਾਂ ਪ੍ਰਗਟੀ ਵੱਲ ਵੇਖਣਾ ਪਵੇ। ਆਤਮਾ ਹੀ ਸੁਣਨ ਵਾਲੀ ਹੈ। ਆਤਮਾ ਨੂੰ ਹੀ ਮੈਂ ਸੁਣਾਉਂਦਾ ਹਾਂ। ਤੁਹਾਡੀ ਨਜ਼ਰ ਆਤਮਾ ਤੇ ਪੈਣੀ ਚਾਹੀਦੀ ਹੈ। ਆਤਮਾ ਪ੍ਰਗਟੀ ਦੇ ਵਿੱਚ ਹੈ। ਸਰੀਰ ਤੇ ਨਜ਼ਰ ਪੈਣ ਨਾਲ ਵਿਘਨ ਆਉਂਦੇ ਨੇ। ਆਤਮਾ ਨਾਲ ਗੱਲ ਕਰਨੀ ਹੈ, ਆਤਮਾ ਨੂੰ ਵੇਖਣਾ ਹੈ, ਦੇਹ ਅਭਿਮਾਨ ਨੂੰ ਛੱਡ ਦੇਣਾ ਹੈ। ਆਤਮਾ ਜਾਣਦੀ ਹੈ। ਬਾਪ ਵੀ ਇੱਥੇ ਪ੍ਰਗਟੀ ਵਿੱਚ ਬੈਠਾ ਹੈ। ਉਹਨਾਂ ਨੂੰ ਅਸੀਂ ਨਮਸਤੇ ਕਰਦੇ ਹਾਂ। ਬੁੱਧੀ ਵਿੱਚ ਇਹ ਗਿਆਨ ਹੈ। ਅਸੀਂ ਆਤਮਾ ਹਾਂ। ਆਤਮਾ ਸੁਣਦੀ ਹੈ। ਇਹ ਗਿਆਨ ਪਹਿਲੇ ਨਹੀਂ ਸੀ। ਇਹ ਦੇਹ ਮਿਲੀ ਹੈ ਪਾਠ ਵਜਾਉਣ ਦੇ ਲਈ। ਇਸ ਲਈ ਦੇਹ ਤੇ ਨਾਮ ਰੱਖਿਆ ਜਾਂਦਾ ਹੈ। ਇਸ ਸਮੇਂ ਤੁਹਾਨੂੰ ਦੇਹੀ ਅਭਿਮਾਨੀ ਬਣ ਵਾਪਿਸ ਜਾਣਾ ਹੈ। ਇਹ ਨਾਮ ਰੱਖਿਆ ਹੈ ਪਾਠ ਵਜਾਉਣ ਦੇ ਲਈ। ਨਾਮ ਬਿਗਰ ਤਾਂ ਕਾਰੋਬਾਰ ਚੱਲ ਨਾ ਸਕੇ। ਉੱਥੇ ਵੀ ਕਾਰੋਬਾਰ ਤਾਂ ਚੱਲੇਗੀ ਨਾ, ਪਰ ਤੁਸੀਂ ਸਤੋ ਪ੍ਰਧਾਨ ਬਣ ਜਾਂਦੇ ਹੋ। ਇਸ ਲਈ ਉੱਥੇ ਕੋਈ ਵਿਕਰਮ ਨਹੀਂ ਹੁੰਦਾ। ਅਜਿਹਾ ਕੰਮ ਤੁਸੀਂ ਨਹੀਂ ਕਰੋਗੇ ਜੋ ਵਿਕਰਮ ਬਣ ਜਾਵੇ। ਮਾਇਆ ਦਾ ਰਾਜ ਹੀ ਨਹੀਂ। ਹੁਣ ਬਾਪ ਕਹਿੰਦੇ ਨੇ ਤੁਹਾਨੂੰ ਆਤਮਾਵਾਂ ਨੂੰ ਵਾਪਸ ਘਰ ਜਾਣਾ ਹੈ। ਇਹ ਤਾਂ ਪੁਰਾਣੇ ਸਰੀਰ ਨੇ। ਫਿਰ ਜਾਓਗੇ ਸਤਯੁਗ ਤ੍ਰੇਤਾ ਵਿੱਚ। ਉੱਥੇ ਗਿਆਨ ਦੀ ਲੋੜ ਨਹੀਂ। ਇੱਥੇ ਤੁਹਾਨੂੰ ਗਿਆਨ ਕਿਉਂ ਦਿੰਦੇ ਨੇ? ਕਿਉਂਕਿ ਦੁਰਗਤੀ ਨੂੰ ਪਾਏ ਹੋਏ ਹੋ। ਕਰਮ ਤਾਂ ਉੱਥੇ ਵੀ ਕਰਨਾ ਹੈ, ਪਰ ਉਹ ਅਕਰਮ ਹੋ ਜਾਂਦਾ ਹੈ। ਹੁਣ ਬਾਪ ਕਹਿੰਦੇ ਨੇ ਹੱਥ ਕਾਰ ਡੇ, ਦਿਲ ਕਰਤਾਰ ਡੇ। ਆਤਮਾ ਬਾਪ ਨੂੰ ਯਾਦ ਕਰਦੀ ਹੈ। ਸਤਯੁਗ ਵਿੱਚ ਤੁਸੀਂ ਪਾਵਨ ਹੋ। ਸਾਰਾ ਕਾਰੋਬਾਰ ਪਾਵਨ ਹੁੰਦਾ ਹੈ। ਤਮੋ ਪ੍ਰਧਾਨ ਰਾਵਣ ਰਾਜ ਵਿੱਚ ਤੁਹਾਡੀ ਕਾਰੋਬਾਰ ਖੋਟੀ ਹੋ ਜਾਂਦੀ ਹੈ। ਇਸ ਲਈ ਮਨੁੱਖ ਤੀਰਥ ਯਾਤਰਾ ਆਦਿ ਤੇ ਜਾਂਦੇ ਨੇ।
ਸਤਜੁਗ ਵਿੱਚ ਕੋਈ ਪਾਪ ਨਹੀਂ ਕਰਦੇ। ਜੋ ਤੀਰਥਾਂ ਤੇ ਜਾਣਾ ਪਵੇ, ਉੱਥੇ ਤੁਸੀਂ ਜੋ ਵੀ ਕੰਮ ਕਰਦੇ ਹੋ ਸੱਤ ਹੀ ਕਰਦੇ ਹੋ। ਸੱਤ ਦਾ ਵਰਦਾਨ ਮਿਲ ਗਿਆ, ਵਿਕਾਰ ਦੀ ਗੱਲ ਨਹੀਂ। ਕਾਰੋਬਾਰ ਵਿੱਚ ਝੂਠ ਦੀ ਲੋੜ ਨਹੀਂ ਰਹਿੰਦੀ। ਇੱਥੇ ਤਾਂ ਲੋਭ ਆਦਿ ਹੋਣ ਦੇ ਕਾਰਨ ਮਨੁੱਖ ਚੋਰੀ ਠੱਗੀ ਕਰਦੇ ਨੇ। ਉੱਥੇ ਇਹ ਗੱਲਾਂ ਹੁੰਦੀਆਂ ਨਹੀਂ। ਡਰਾਮਾ ਅਨੁਸਾਰ ਤੁਸੀਂ ਇਸ ਤਰ੍ਹਾਂ ਦੇ ਫੁੱਲ ਬਣ ਜਾਂਦੇ ਹੋ। ਉਹ ਹੈ ਨਿਰਵਿਕਾਰੀ ਦੁਨੀਆ, ਇਹ ਹੈ ਵਿਕਾਰੀ ਦੁਨੀਆ। ਸਾਰਾ ਖੇਡ ਬੁੱਧੀ ਵਿੱਚ ਹੈ। ਇਸ ਸਮੇਂ ਪਵਿੱਤਰ ਬਣਨ ਲਈ ਮਿਹਨਤ ਕਰਨੀ ਪਵੇ। ਯੋਗ ਬਲ ਨਾਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਯੋਗ ਬਲ ਹੈ ਮੁੱਖ। ਪਾਪ ਕਹਿੰਦੇ ਨੇ ਭਗਤੀ ਮਾਰਗ ਵਿੱਚ ਯੱਗ ਤਪ ਆਦਿ ਨਾਲ ਕੋਈ ਵੀ ਮੈਨੂੰ ਪ੍ਰਾਪਤ ਨਹੀਂ ਕਰ ਸਕਦਾ। ਸਤੋ ਰਜੋ ਤਮੋ ਵਿੱਚ ਜਾਣਾ ਹੀ ਹੈ। ਗਿਆਨ ਬੜਾ ਸਹਿਜ ਤੇ ਰਮਨੀਕ ਹੈ। ਮਿਹਨਤ ਵੀ ਹੈ। ਇਸ ਯੋਗ ਦੀ ਮਹਿਮਾ ਹੈ ਜਿਸ ਨਾਲ ਤੁਸੀਂ ਸਤੋ ਪ੍ਰਧਾਨ ਬਣਨਾ ਹੈ। ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਾਉਣ ਦਾ ਰਸਤਾ ਬਾਪ ਆ ਕੇ ਦੱਸਦੇ ਨੇ। ਦੂਜਾ ਕੋਈ ਹੋਰ ਇਹ ਗਿਆਨ ਦੇ ਨਾ ਸਕੇ। ਭਾਵੇਂ ਕੋਈ ਚੰਦਰਮਾ ਤੱਕ ਚਲੇ ਜਾਂਦੇ ਨੇ, ਕੋਈ ਪਾਣੀ ਵਿੱਚ ਚਲੇ ਜਾਂਦੇ ਨੇ, ਪਰ ਉਹ ਕੋਈ ਰਾਜਯੋਗੀ ਨਹੀਂ ਹੈ। ਨਰ ਤੋਂ ਨਾਰਾਇਣ ਨਹੀਂ ਬਣ ਸਕਦੇ। ਇੱਥੇ ਤੁਸੀਂ ਸਮਝਦੇ ਹੋ ਅਸੀਂ ਆਦਿ ਸਨਾਤਨ ਦੇਵੀ ਦੇਵਤਾ ਧਰਮ ਦੇ ਸੀ, ਹੁਣ ਫਿਰ ਅਸੀਂ ਬਣ ਰਹੇ ਹਾਂ। ਸਮ੍ਰਿਤੀ ਆਈ ਹੈ। ਬਾਪ ਨੇ ਕਲਪ ਪਹਿਲੇ ਵੀ ਸਮਝਾਇਆ ਸੀ। ਬਾਪ ਕਹਿੰਦੇ ਨੇ ਨਿਸ਼ਚੈ ਬੁੱਧੀ ਵਿਜਯੰਤੀ। ਨਿਸ਼ਚੈ ਨਹੀਂ, ਉਹ ਸੁਣਨ ਆਉਣਗੇ ਵੀ ਨਹੀਂ। ਨਿਸ਼ਚੈ ਬੁੱਧੀ ਤੋਂ ਫਿਰ ਸੰਸ਼ੈ ਬੁੱਧੀ ਵੀ ਬਣ ਜਾਂਦੇ ਨੇ। ਬਹੁਤ ਚੰਗੇ ਚੰਗੇ ਮਹਾਰਥੀ ਸੰਸ਼ੈ ਵਿੱਚ ਆ ਜਾਂਦੇ ਨੇ। ਮਾਇਆ ਦਾ ਥੋੜਾ ਜਿਹਾ ਤੂਫਾਨ ਆਉਣ ਨਾਲ ਦੇ ਅਭਿਮਾਨ ਆ ਜਾਂਦਾ ਹੈ। ਇਹ ਬਾਪ ਦਾਦਾ ਦੋਨੋਂ ਹੀ ਕੰਬਾਈਨਡ ਨੇ ਨਾ। ਸ਼ਿਵ ਬਾਬਾ ਗਿਆਨ ਦਿੰਦੇ ਨੇ ਫਿਰ ਚਲੇ ਜਾਂਦੇ ਨੇ। ਉਹ ਕੀ ਹੁੰਦਾ ਹੈ ਕੌਣ ਦੱਸੇ? ਬਾਪ ਤੋਂ ਪੁੱਛੋ ਤੁਸੀਂ ਸदैव ਹੋ ਜਾਂ ਚਲੇ ਜਾਂਦੇ ਹੋ। ਬਾਬਾ ਕੋਲ ਕੋਈ ਇਹ ਪੁੱਛ ਸਕਦਾ ਨਹੀਂ। ਬਾਪ ਕਹਿੰਦੇ ਮੈਂ ਤਾਂ ਤੁਹਾਨੂੰ ਰਸਤਾ ਦੱਸਦਾ ਹਾਂ, ਪਤੀ ਤੋਂ ਪਾਵਨ ਹੋਣ ਦਾ। ਆਵਾਂ ਭਾਵੇਂ ਜਾਵਾਂ, ਮੈਨੂੰ ਤਾਂ ਬੜੇ ਕੰਮ ਕਰਨੇ ਪੈਂਦੇ ਨੇ। ਬੱਚਿਆਂ ਦੇ ਕੋਲ ਵੀ ਜਾਂਦਾ ਹਾਂ, ਉਹਨਾਂ ਦੇ ਕੋਲ ਵੀ ਕੰਮ ਕਰਵਾਉਂਦਾ ਹਾਂ। ਇਸ ਵਿੱਚ ਸੰਸ਼ੇ ਦੀ ਕੋਈ ਗੱਲ ਨਹੀਂ। ਤੁਹਾਡਾ ਕੰਮ ਹੈ ਬਾਪ ਨੂੰ ਯਾਦ ਕਰਨਾ। ਸੰਸ਼ੇ ਵਿੱਚ ਆਉਣ ਨਾਲ ਡਿੱਗ ਪੈਂਦੇ ਹੋ। ਮਾਇਆ ਥੱਪੜ ਜ਼ੋਰ ਨਾਲ ਮਾਰ ਦਿੰਦੀ ਹੈ। ਬਾਬਾ ਨੇ ਕਿਹਾ ਮੈਂ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿੱਚ ਇਹਨਾਂ ਵਿੱਚ ਆਉਂਦਾ ਹਾਂ। ਬੱਚਿਆਂ ਨੂੰ ਨਿਸ਼ਚੈ ਹੈ ਬਰੋਬਰ ਬਾਪ ਸਾਨੂੰ ਗਿਆਨ ਦੇ ਰਹੇ ਨੇ, ਹੋਰ ਕੋਈ ਦੇ ਨਾ ਸਕੇ। ਫਿਰ ਵੀ ਇਹ ਨਿਸ਼ਚੈ ਤੋਂ ਕਿੰਨੇ ਡਿੱਗ ਪੈਂਦੇ ਨੇ, ਇਹ ਵੀ ਬਾਬਾ ਜਾਣਦੇ ਨੇ। ਤੁਹਾਨੂੰ ਪਾਵਨ ਬਣਨਾ ਹੈ ਤਾਂ ਬਾਪ ਕਹਿੰਦੇ ਨੇ ਮਮ ਏਕਮ ਯਾਦ ਕਰੋ, ਹੋਰ ਕਿਸੇ ਗੱਲਾਂ ਵਿੱਚ ਨਹੀਂ ਪਵੋ। ਤੁਸੀਂ ਇਹ ਗੱਲਾਂ ਕਰਦੇ ਹੋ ਤਾਂ ਸਮਝ ਵਿੱਚ ਆਂਦਾ ਹੈ ਪੱਕਾ ਨਿਸ਼ਚੈ ਨਹੀਂ ਹੈ। ਪਹਿਲੇ ਇੱਕ ਗੱਲ ਨੂੰ ਸਮਝੋ ਜਿਸ ਨਾਲ ਤੁਹਾਡੇ ਪਾਪ ਨਾਸ਼ ਹੁੰਦੇ ਨੇ। ਬਾਕੀ ਫालतू ਗੱਲਾਂ ਕਰਨ ਦੀ ਲੋੜ ਨਹੀਂ। ਬਾਪ ਨੂੰ ਯਾਦ ਕਰਨ ਨਾਲ ਵਿਕਰਮ ਵਿਨਾਸ਼ ਹੋਣਗੇ। ਫਿਰ ਗੱਲਾਂ ਵਿੱਚ ਕਿਉਂ ਜਾਂਦੇ ਹੋ? ਦੇਖੋ ਕੋਈ ਪ੍ਰਸ਼ਨ ਉੱਤਰ ਵਿੱਚ ਮੁੱਝਦਾ ਹੈ, ਉਸ ਨੂੰ ਕਹਾਂਗੇ ਤੁਸੀਂ ਇਹਨਾਂ ਗੱਲਾਂ ਨੂੰ ਛੱਡ ਇੱਕ ਬਾਪ ਦੀ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰੋ। ਸੰਸ਼ੈ ਵਿੱਚ ਆਇਆ ਤਾਂ ਪੜ੍ਹਾਈ ਹੀ ਛੱਡ ਦੇਣਗੇ, ਫਿਰ ਕਲਿਆਣ ਨਹੀਂ ਹੋਵੇਗਾ। ਨਬਜ ਵੇਖ ਕੇ ਸਮਝਾਉਣਾ ਹੈ। ਸੰਸ਼ੈ ਵਿੱਚ ਹੈ ਤਾਂ ਇੱਕ ਪੁਆਇੰਟ ਤੇ ਖੜਾ ਕਰ ਦੇਣਾ ਹੈ। ਬੜੀ ਯੁਕਤੀ ਨਾਲ ਸਮਝਾਉਣਾ ਪੈਂਦਾ ਹੈ। ਬੱਚਿਆਂ ਨੂੰ ਪਹਿਲੇ ਇਹ ਨਿਸ਼ਚੈ ਹੋਵੇ ਕਿ ਬਾਬਾ ਆਇਆ ਹੋਇਆ ਹੈ, ਸਾਨੂੰ ਪਾਵਨ ਬਣਾ ਰਹੇ ਨੇ। ਇਹ ਤਾਂ ਖੁਸ਼ੀ ਰਹਿੰਦੀ ਹੈ ਨਾ। ਨਹੀਂ ਪੜ੍ਹਨਗੇ ਤਾਂ ਨਾਪਾਸ ਹੋ ਜਾਣਗੇ, ਉਹਨਾਂ ਨੂੰ ਖੁਸ਼ੀ ਵੀ ਕਿਉਂ ਆਵੇਗੀ? ਸਕੂਲ ਵਿੱਚ ਪੜ੍ਹਾਈ ਤਾਂ ਇੱਕ ਹੀ ਹੁੰਦੀ ਹੈ। ਫਿਰ ਪੜ੍ਹ ਕੇ ਕੋਈ ਤਾਂ ਲੱਖਾਂ ਦੀ ਕਮਾਈ ਕਰਦੇ, ਕੋਈ 5-10 ਰੁਪਏ ਕਮਾਉਂਦੇ ਨੇ। ਤੁਹਾਡੀ ਏਮ ਆਬਜੈਕਟ ਹੈ ਹੀ ਨਰ ਤੋਂ ਨਾਰਾਇਣ ਬਣਨ ਦੀ। ਰਾਜਾਈ ਸਥਾਪਨ ਹੁੰਦੀ ਹੈ। ਤੁਸੀਂ ਮਨੁੱਖ ਤੋਂ ਦੇਵਤਾ ਬਣੋਗੇ। ਦੇਵਤਾਵਾਂ ਦੀ ਵੱਡੀ ਰਾਜਧਾਨੀ ਹੈ, ਉਸ ਵਿੱਚ ਉੱਚ ਪਦਵੀ ਪਾਣਾ। ਫਿਰ ਪੜ੍ਹਾਈ ਤੇ ਐਕਟੀਵਿਟੀ ਦੇ ਉੱਪਰ ਹੈ। ਤੁਹਾਡੀ ਐਕਟੀਵਿਟੀ ਬੜੀ ਚੰਗੀ ਹੋਣੀ ਚਾਹੀਦੀ ਹੈ। ਬਾਬਾ ਤੁਹਾਡੇ ਲਈ ਹੀ ਕਹਿੰਦੇ ਨੇ ਹਾਲੇ ਕਰਮਾਤੀਤ ਅਵਸਥਾ ਨਹੀਂ ਬਣੀ, ਸਾਨੂੰ ਵੀ ਸੰਪੂਰਨ ਬਣਨਾ ਹੈ, ਹਾਲੇ ਬਣੇ ਨਹੀਂ ਹਾਂ। ਗਿਆਨ ਤਾਂ ਬੜਾ ਸਹਿਜ ਹੈ, ਬਾਪ ਨੂੰ ਯਾਦ ਕਰਨਾ ਵੀ ਬੜਾ ਸਹਿਜ ਹੈ, ਪਰ ਜਦੋਂ ਕਰਨ ਤਾਂ ਨਾ। ਅੱਛਾ ਮਿੱਠੇ ਮਿੱਠੇ
ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ ਹੈ, ਕਿਸੇ ਵੀ ਗੱਲ ਵਿੱਚ ਸੰਸ਼ੇ ਬੁੱਧੀ ਬਣ ਪੜ੍ਹਾਈ ਨਹੀਂ ਛੱਡਣੀ ਹੈ। ਪਹਿਲੇ ਤਾਂ ਪਾਵਨ ਬਣਨ ਦੇ ਲਈ ਇੱਕ ਬਾਪ ਨੂੰ ਯਾਦ ਕਰਨਾ ਹੈ, ਦੂਜੀਆਂ ਗੱਲਾਂ ਵਿੱਚ ਨਹੀਂ ਜਾਣਾ ਹੈ। ਦੂਜਾ, ਸਰੀਰ ਤੇ ਨਜ਼ਰ ਜਾਣ ਨਾਲ ਵਿਘਨ ਆਉਂਦੇ ਨੇ, ਇਸ ਲਈ ਪ੍ਰਗਟੀ ਵਿੱਚ ਵੇਖਣਾ ਹੈ। ਆਤਮਾ ਸਮਝ ਆਤਮਾ ਨਾਲ ਗੱਲ ਕਰਨੀ ਹੈ। ਆਤਮ ਅਭਿਮਾਨੀ ਬਣਨਾ ਹੈ। ਨੀਡਰ ਬਣ ਕੇ ਸੇਵਾ ਕਰਨੀ ਹੈ। ਵਰਦਾਨ ਹੈ, ਪੱਕੇ ਸੰਕਲਪਾਂ ਦੁਆਰਾ ਕਮਜ਼ੋਰੀਆਂ ਰੂਪੀ ਕਲਯੁਗੀ ਪਹਾੜ ਨੂੰ ਸਮਾਪਤ ਕਰਨ ਵਾਲੇ ਸਮਰਥੀ ਸਵਰੂਪ ਭਵ। ਪੱਕੇ ਸੰਕਲਪਾਂ ਦੁਆਰਾ ਕਮਜ਼ੋਰੀਆਂ ਰੂਪੀ ਕਲਯੁਗੀ ਪਹਾੜ ਨੂੰ ਸਮਾਪਤ ਕਰਨ ਵਾਲੇ ਸਮਰਥੀ ਸਵਰੂਪ ਭਵ। ਦਿਲ ਸ਼ਿਕਸਤ ਹੋਣਾ, ਕਿਸੇ ਵੀ ਸੰਸਕਾਰ ਜਾਂ ਪਰਿਸਥਿਤੀ ਦੇ ਵਸ਼ ਹੋਣਾ, ਵਿਅਕਤੀ ਤੇ ਵੈਭਵਾਂ ਦੇ ਵੱਲ ਆਕਰਸ਼ਿਤ ਹੋਣਾ, ਇਹਨਾਂ ਸਭ ਕਮਜ਼ੋਰੀਆਂ ਰੂਪੀ ਕਲਯੁਗੀ ਪਹਾੜ ਨੂੰ ਪੱਕੇ ਸੰਕਲਪਾਂ ਦੀ ਉਂਗਲੀ ਦੇ ਕੇ ਸਦਾ ਕਾਲ ਦੇ ਲਈ ਸਮਾਪਤ ਕਰੋ। ਮਤਲਬ ਵਿਜਈ ਬਣੋ। ਵਿਜੇ ਸਾਡੇ ਗਲੇ ਦੀ ਮਾਲਾ ਹੈ। ਸਦਾ ਇਸ ਸਮ੍ਰਿਤੀ ਨਾਲ ਸਮਰਥੀ ਸਵਰੂਪ ਬਣੋ। ਇਹੀ ਸਨੇਹ ਦਾ ਰਿਟਰਨ ਹੈ। ਜਿਵੇਂ ਸਾਕਾਰ ਬਾਪ ਨੇ ਸਥਿਤੀ ਦਾ ਸਤੰਭ ਬਣ ਕੇ ਵਿਖਾਇਆ, ਇਸ ਤਰ੍ਹਾਂ ਫਾਲੋ ਫਾਦਰ ਕਰ ਸਰਵ ਗੁਣਾ ਦੇ ਸਤੰਭ ਬਣੋ। ਸਲੋਗਨ ਹੈ, ਸਾਧਨ ਸੇਵਾਵਾਂ ਲਈ ਹੈ, ਆਰਾਮ ਪਸੰਦ ਬਣਨ ਦੇ ਲਈ ਨਹੀਂ। ਸਾਧਨ ਸੇਵਾਵਾਂ ਦੇ ਲਈ ਹੈ, ਆਰਾਮ ਪਸੰਦ ਬਣਨ ਦੇ ਲਈ ਨਹੀਂ। ਅੱਛਾ, ਓਮ ਸ਼ਾਂਤੀ।